ਧਮਕੀਆਂ ਲਾਣੀਆਂ, ਮਾਰਨਾ ਸ਼ੁਰੂ ਕਰਤਾ ਕਿ ਤੁਹਾਨੂੰ ਮਾਰ ਦਾਂਗਾ। ਫਰਿੱਜ ਤਾਰ ਦੇ ਦਫ਼ਤਰ ਲਈ ਤੇ ਘਰ ਵਾਸਤੇ ਮੈਂ ਘਰ ਦਾ ਹਰ ਚੀਜ਼ ਵੇਚ ਛੜੀ ਦੀ ਏ ਤੇ ਤੂੰ ਕਹਿੰਦੀ ਮੈਂ ਸਭ ਦੀ ਮਾਂ ਤੇ ਮੈਂ ਤੇ ਤੇਰੀ ਵੀ ਮਾਂ ਲੱਗਣੀ ਆ ਤੇ ਤੂੰ ਮੇਰੇ ਤੇ ਰਹਿਮ ਕਰ ਦੇ। ਮੈਨੂੰ ਕਹਿੰਦਾ ਪੁਲਿਸ ਇੱਥੇ ਕੁਛ ਨਹੀਂ ਕਰ ਸਕਦੀ, ਸਾਰੇ ਵੱਡੇ ਬੰਦੇ ਡਾਇਰੈਕਟਰ ਮੇਰੇ ਨਾਲ ਨੇ। ਮੇਰੇ ਬੇਟੇ ਨੂੰ ਖੜਦਾ ਰਿਹਾ ਆ CM ਹਾਊਸ, ਅੰਤਰੇ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ। ਜੇ ਮੇਰਾ ਮਰਜ਼ਮ ਨਵਾਜ਼ ਦਾ ਖਾਸ ਬੰਦਾ ਆ, ਉਜ਼ਮਾ ਬੁਖਾਰੀ ਮੇਰੀ ਬੜੀ ਖਾਸ ਏ ਤੇ ਇਹੋ ਜਿਹੇ ਬੰਦਿਆਂ ਨੂੰ ਖਤਮ ਕਰੇ। ਮੈਂ ਲੁੱਟੀ ਗਈ, ਕੋਈ ਗਰੀਬ ਹੋਰ ਵੀ ਲੁੱਟਦਾ ਹੈ ਕਿ ਸਾਨੂੰ ਕੋਈ ਜਾਨੀ ਨੁਕਸਾਨ ਪਹੁੰਚਾ ਦੇ। ਜਿਸ ਤਰ੍ਹਾਂ ਉਹਦੇ ਮਗਰ ਤਾਰ ਦੇ ਬੰਦੇ ਨੇ, उज़मा बुखारी दे ने। नौकरी का झांसा देकर ये बताया जाता है कि उज़मा बुखारी साहबा के घर का एक AC लेना है, फिर झांसा दिया जाता है कि अता तारड़ साहब के घर के फ्रिज लेने हैं, और फिर एक DSP साहब को जो है वो मोबाइल दिया जाता है। फिर उसके बाद वो बताते हैं कि हमारी मरियम नवाज साहबा से गुफ्तगू बातचीत होगी, आपकी नौकरी पक्की होगी और पैसे दें। इस फैमिली को इस हद तक तंग किया जाता है कि ये माँ जी जो मेरे साथ मौजूद हैं, इनकी भिनाई चली जाती है। ये इस वक्त देख नहीं पाती, ये परेशानी की हालत में इस वक्त मौजूद हैं। तमाम तर तफसील जो है वो इनसे जानने की कोशिश करेंगे। ये माँ जी के साथ हुआ कैसे? अस्सलाम वालेकुम माँ जी। वालेकुम सलाम। माँ जी, ये कैसे हुआ, किसने किया, कैसे आप इनके झांसे में आ गए और क्या आपको लालच दिया गया? ਸਾਨੂੰ ਕਹਿੰਦਾ ਮੈਂ ਮਰਜ਼ਮ ਨਵਾਜ਼ ਦਾ ਖਾਸ ਬੰਦਾ ਆ, ਉਜ਼ਮਾ ਬੁਖਾਰੀ ਮੇਰੀ ਬੜੀ ਖਾਸ ਏ, ਮੈਂ ਉਹਦੇ ਕੋਲੋਂ ਨਾ ਹਰ ਕੰਮ ਕਰਵਾ ਸਕਣਾ। ਤੇ ਮੈਂ ਕਿਹਾ ਚਲੋ ਮੇਰਾ ਪੁੱਤਰ ਏ, ਉਹ ਕੰਪਿਊਟਰ ਦਾ ਕੰਮ ਕਰਦਾ ਹੀ ਹੁੰਦਾ ਨੇ। ਮੋਬਾਈਲ ਵੇਖਿਆ, ਉਹਦੀ CV ਵੇਖੀ, ਉਹਨੂੰ ਕਿਹਾ ਮੈਂ ਤੈਨੂੰ ਨਾ ਇੰਚਾਰਜ ਬਣਾ ਦਿੰਨਾ ਆ ਇਹਨਾਂ ਦਾ, ਵਾਲਟਨ ਕੀ ਉਹਨੂੰ ਕਹਿੰਦੇ ਨੇ, ट्रैफिक पुलिस वार्डन का। ਹਾਂਜੀ, ਕਿ ਬਹਿ ਕੇ ਤੂੰ ਸਾਰੀ ਉਮਰ ਲਾਇਸੈਂਸ ਬਣਾਏਗਾ, ਬਸ ਤੂੰ ਸਾਈਨ ਕਰਨੇ, ਹੋਰ ਕੋਈ ਕੰਮ ਨਹੀਂ ਕਰਨਾ। ਸਾਨੂੰ ਇਹ ਨਹੀਂ ਦੱਸਿਆ ਇੱਥੇ ਪੈਸਾ ਲੱਗਣਾ। ਜਦੋਂ ਅਸੀਂ ਹਾਂ ਕਰਤੀ, ਉਹਨੂੰ ਕਾਗਜ਼ ਕੂਗਜ਼ ਦੇ ਤੇ, ਸਾਨੂੰ ਉਹ ਕਾਗਜ਼ ਵੀ ਕੋਈ ਨਹੀਂ ਦਿੱਤਾ। ਬਸ ਫਿਰ ਸਾਡੇ ਕੋਲ ਥੋੜੇ ਥੋੜੇ 20,000 30,000 50,000 ਇਸ ਤਰ੍ਹਾਂ ਕਰਕੇ ਨਾ ਮੈਂ ਕਮੇਟੀਆਂ ਪਾਈਆਂ ਸੀ। ਮੈਂ ਆ ਵੀ ਕੰਮ ਕਰਦੀ ਸੀ, ਬੱਚਾ ਉਹ ਵੀ ਕਰਦਾ ਸੀ, ਕਮੇਟੀਆਂ ਵੀ ਲਈ ਗਿਆ। ਇਸ ਤੋਂ ਬਾਅਦ ਸਾਡੇ ਕੋਲ ਇੱਕ ਰਕਸ਼ਾ ਸੀ, ਅਸੀਂ ਉਹ ਵੇਚਤਾ। ਫਿਰ ਘਰ ਦੇ ਮੋਬਾਈਲ, ਕਣਕ, ਹਰ ਚੀਜ਼, ਇਹਦੇ ਬੱਚਿਆਂ ਦਾ ਸੋਨਾ ਹੀ ਥੋੜਾ ਥੋੜਾ, ਛੋਟੇ ਨਾਨਕੇ ਜੋ ਚੀਜ਼ ਬੱਚਿਆਂ ਨੂੰ ਦਿੰਦੇ ਗਿਫਟ, ਉਹ ਵੀ ਵੇਚਤੇ। ਉਸ ਤੋਂ ਬਾਅਦ ਗੰਦਮ ਸੀ, ਇੱਕ ਦਿਨ ਇੰਨਾ ਤੰਗ ਕੀਤਾ ਨਾ, ਮੈਂ ਘਰ 'ਚ ਇੱਕ ਸਿਲੰਡਰ ਸੀ ਉਹ ਵੀ ਵੇਚਤਾ। ਉਸ ਤੋਂ ਬਾਅਦ ਫਿਰ ਕਹਿਣ ਲੱਗਾ ਨਹੀਂ ਮਾਂ ਜੀ, ਤੁਸੀਂ ਨਾ ਉਜ਼ਮਾ ਬੁਖਾਰੀ ਨੇ ਗਿਫਟ ਮੰਗਿਆ, ਤੁਹਾਡੇ ਬੱਚੇ ਦੀ ਨੌਕਰੀ ਪੱਕੀ, ਤੁਹਾਡਾ ਲੋਨ ਪੱਕਾ ਹੋ ਗਿਆ ਤੇ ਤੁਸੀਂ ਨਾ AC ਉਹ ਮੰਗਦੀ ਏ। ਮੈਂ ਕਿਹਾ ਨਵਾਜ਼ ਸਾਡੇ ਕੋਲ ਇੰਨੇ ਪੈਸੇ ਨਹੀਂ, ਅਸੀਂ ਕਿਵੇਂ ਕਿਸ਼ਤਾਂ? ਕਹਿੰਦੇ ਕੱਲ ਤੁਹਾਨੂੰ ਲੋਨ ਮਿਲ ਜਾਣਾ 3.25 ਕਰੋੜ ਦਾ। ਮੈਂ ਕਿਹਾ ਅਸੀਂ ਇੰਨੀਆਂ ਕਿਸ਼ਤਾਂ ਕਿਵੇਂ ਦਾਂਗੇ, ਅਸੀਂ ਗਰੀਬ ਬੰਦੇ ਆ। ਆਂਦਾ ਨਹੀਂ ਮੈਂ ਕਿਸ਼ਤਾਂ ਮਾਫ ਕਰਾਉਣੀਆਂ, ਇੱਕ ਡਾਇਰੈਕਟਰ ਨੂੰ 1,25,000 ਦਾ ਮੋਬਾਈਲ ਦੇਣਾ। ਮੈਂ ਕਿਹਾ ਇੰਨਾ? ਆਂਦਾ ਇੱਕ ਨੇ 7 ਲੱਖ ਰੁਪਈਏ ਦਾ ਉਹਨੂੰ ਦਿੱਤਾ ਗਿਫਟ। ਤੇ ਮਾਂ ਜੀ ਆ ਤੇ ਕੁਛ ਵੀ ਨਹੀਂ, 1,25,000। ਮੈਂ ਚਲੋ ਮੰਨ ਗਈ ਉਹਦੀ, ਮੈਨੂੰ ਨਾ ਦੱਸਿਆ ਇਸ ਨੂੰ। ਮੈਂ ਨਾ ਲੈ ਆਤੀਆਂ ਚੀਜ਼ਾਂ, AC ਵੀ ਲੈ ਤਾ, ਫਿਰ ਫਰਿੱਜਾਂ ਵੀ, 3-4 ਮੋਬਾਈਲ ਵੀ ਲੈ ਤੇ। ਤੁਸੀਂ ਉਜ਼ਮਾ ਬੁਖਾਰੀ ਸਾਹਿਬ ਵਾਸਤੇ ਲਿੱਤਾ? ਹਾਂਜੀ। ਇਹ ਫਰਿੱਜ ਤਾਰ ਦੇ ਦਫ਼ਤਰ ਲਈ ਤੇ ਘਰ ਵਾਸਤੇ ਫਰਿੱਜ ਲੈ ਕੇ ਦਿੱਤਾ? ਹਾਂਜੀ, 2 ਅਕਬਾਲ ਕੋਲ, ਇੱਥੇ ਸਾਰੇ ਸਾਡੇ ਕੋਲ ਕਾਗਜ਼ ਮੌਜੂਦ ਨੇ। ਜਦੋਂ ਕਿਸ਼ਤਾਂ ਵਾਲੇ ਆਏ ਫਿਰ ਸਾਨੂੰ ਹੱਥ ਵਿਖਾ ਗਿਆ। ਮੈਂ ਇੰਨੇ ਦੇ ਉਹਨੂੰ ਕਿਹਾ ਤੇ ਇਹਨੂੰ ਸਾਨੂੰ ਮਾਰਨ ਦੀਆਂ ਧਮਕੀਆਂ ਲਾਉਣ ਡਿਆ ਪਿਆ। ਮੈਂ ਕਿਹਾ ਤੂੰ ਤੇ ਕਹਿੰਦਾ ਮੈਂ ਮਰੀਮ ਨਵਾਜ਼ ਦਾ। ਆਂਦਾ ਜੋ ਹੁੰਦਾ ਤੁਹਾਡੇ ਕਰ ਲਓ ਤੁਸੀਂ। ਇਹ ਭਾਈ कितने टोटल पैसे दिए आप? ਤਕਰੀਬਨ ਕਿਸ਼ਤਾਂ ਦਾ ਸਮਾਨ ਪਾ ਕੇ ਨਾ 30 ਲੱਖ ਬਣ ਜਾਂਦਾ। ਮੈਂ ਘਰ ਦਾ ਹਰ ਚੀਜ਼ ਵੇਚ ਛੜੀ ਦੀ ਏ ਤੇ ਮੈਂ ਤੇ ਹੁਣ ਮਰੀਮ ਨਵਾਜ਼ ਅੱਗੇ ਇਹੋ ਹੀ ਅਰਜ਼ ਕਰਨੀ ਆ ਕਿ ਖੁਦਾ ਵਾਸਤੇ ਤੂੰ ਕਹਿੰਦੀ ਮੈਂ ਸਭ ਦੀ ਮਾਂ ਤੇ ਮੈਂ ਤੇ ਤੇਰੀ ਵੀ ਮਾਂ ਲੱਗਣੀ ਆ ਤੇ ਤੂੰ ਮੇਰੇ ਤੇ ਰਹਿਮ ਕਰ ਦੇ। ਮੇਰੇ ਬੱਚੇ ਰੋਲ ਕੇ ਨੇ, ਅਸੀਂ ਸੜਕ ਤੇ ਆ ਗਏ, ਬਾਹਰ ਵੇਖ ਲਓ। ਹੁਣ ਮੈਂ ਬਾਲਣ ਲੈ ਗਈ ਆ, ਮੈਨੂੰ ਨਜ਼ਰ ਵੀ ਨਹੀਂ ਆਉਂਦਾ, ਇੱਕ ਅੱਖ ਨਾਲ ਥੋੜਾ ਥੋੜਾ ਕੰਮ ਕਰਕੇ ਬੱਚਿਆਂ ਲਈ ਲੈ ਕੇ ਆਈ ਕਿ ਅਸੀਂ ਕਿਸ਼ਤਾਂ ਦੇ ਸਮਾਨ ਜਿਹੜਾ ਕਿਵੇਂ ਦਈਏ, ਕਿਵੇਂ ਕਿਸ਼ਤਾਂ? ਸਾਨੂੰ ਬੜੇ ਲੋਕ ਤੰਗ ਕਰਨ ਦੇ ਨੇ। ਅਜੇ ਇਸ ਟਾਈਮ ਹੀ ਸਾਡੇ ਕੋਲ 10-15 ਲੱਖ ਰੁਪਈਆ ਕਰਜ਼ਾ ਹੈਗਾ ਤੇ ਜਿਹੜਾ ਸਾਨੂੰ ਇੰਨਾ ਦੁਨੀਆ ਤੰਗ ਕਰਨ ਦੀ, ਇੰਨਾ ਤੰਗ ਕਰਨ ਦੀ, ਅਸੀਂ ਮਜਬੂਰ, ਅਸੀਂ ਕਿਸੇ ਦੇ ਘਰ ਵਿੱਚ ਬੈਠੇ ਦੇ ਤੇ ਅਸੀਂ ਇਹ ਕਹਿੰਦੇ। ਤੁਸੀਂ FIR ਕਰਾਈ, ਤੁਹਾਨੂੰ ਕੋਈ ਰਿਸਪੌਂਸ ਮਿਲਿਆ ਪੁਲਿਸ ਤੋਂ? ਮੁਤਮੈਨ ਹੋ? ਨਹੀਂ, FIR ਕਰਵਾਈ ਅਸੀਂ ਪਹਿਲਾਂ ਇਹਨਾਂ ਨੂੰ, ਸਾਨੂੰ ਨਾ ਅਸੀਂ ਕਰਾ ਕੇ ਆਏ ਆ 19 ਤਰੀਕ ਨੂੰ। ਅਸੀਂ ਜਿੱਦਾਂ ਸਾਡੇ ਨਾਲ ਇਹਨੇ ਸਾਨੂੰ ਆਕੜਿਆ, ਨਹੀਂ ਮੰਨਿਆ, ਅਸੀਂ 1-5 ਤੇ ਕਾਲ ਕਰਕੇ ਇੱਥੇ ਬੰਦੇ ਸਾਡੇ ਆਏ ਨੇ, ਅਸੀਂ ਉਹਨਾਂ ਨੂੰ ਬੁਲਾਇਆ। ਇਹਨਾਂ ਨੇ ਸਾਡੇ ਕੋਲ 2 ਦਿਨ ਦਾ ਟਾਈਮ ਲਿਆ, ਅਸੀਂ ਇਹਨਾਂ ਨੂੰ 5 ਦਿਨਾਂ ਦਾ ਦਿੱਤਾ। 19 ਤਰੀਕ ਨੂੰ ਬੁਲਾਈ, ਅਸੀਂ 27 ਤਰੀਕ ਨੂੰ ਦੁਬਾਰਾ ਨਾ ਫੇਰ ਗਏ ਆ ਕਿ ਸਾਨੂੰ ਨਹੀਂ ਕੋਈ ਵੀ ਕਰਦੇ। ਅਸੀਂ ਨਾ ਐਪਲੀਕੇਸ਼ਨ ਲਿਖ ਕੇ ਖੜੀ, ਉਹਨਾਂ ਜਮ੍ਹਾਂ ਕਰ ਲਈ। ਉਹਨਾਂ ਕਿਹਾ ਤਾਂ ਇਹ ਤੁਹਾਡਾ ਪਰਚਾ ਇੱਥੇ ਨਹੀਂ ਹੋਣਾ, ਤੁਸੀਂ ਇੱਥੇ ਜਾਣਾ ਏ ਮਾਡਲ ਟਾਊਨ। ਉੱਥੇ ਗਏ ਆ, ਉਹਨੂੰ ਅਸੀਂ ਰਿਕਾਰਡਿੰਗ ਮੈਡਮ ਨੂੰ ਸੁਣਾਈਆਂ ਕਸ਼ਮੈਲਾ ਦਾ। ਮੈਡਮ ਸ਼ਮੈਲਾ ਸੀ? ਕਸ਼ਮੈਲਾ, ਹਾਂਜੀ ਕਸ਼ਮੈਲਾ। ਅੱਛਾ। ਪਹਿਲਾਂ ਤੇ ਉਹ ਨਾ ਕਹਿੰਦੀ ਇਸ ਤਰ੍ਹਾਂ ਕਿਸ ਤਰ੍ਹਾਂ ਲੈ ਪੈਸੇ। ਅਸੀਂ ਜਦੋਂ ਉਹਨੂੰ ਰਿਕਾਰਡਿੰਗਾਂ ਸੁਣਾਈਆਂ ਨਾ, ਕਹਿੰਦਾ ਪੁਲਿਸ ਇੱਥੇ ਕੁਛ ਨਹੀਂ ਕਰ ਸਕਦੀ, ਸਾਰੇ ਵੱਡੇ ਬੰਦੇ ਡਾਇਰੈਕਟਰ ਮੇਰੇ ਨਾਲ ਨੇ, ਮੈਂ ਇਕੱਠੇ ਕਰਾਂਗਾ। ਉਹਨੇ ਇੰਝ ਮੋਬਾਈਲ ਸਾਡਾ ਸੁੱਟਿਆ ਰਿਕਾਰਡਿੰਗ ਵਾਲਾ
ਤੇ ਉਹਨੇ ਨਾ ਸਾਈਨ ਕਰਤੇ, ਅਸੀਂ ਪਰਚਾ ਕਰਤਾ। ਫਿਰ ਅਸੀਂ ਗਏ ਉੱਥੇ, ਉਹਨਾਂ ਨੇ ਉੱਥੇ ਬਲਾਲ ਸਾਹਿਬ ਸਨ, ਇੱਕ ਨਾ ਰਜ਼ਵਾਨ ਸਿੰਧੂ। ਉਹਨਾਂ ਕਿਹਾ ਜੀ ਇੱਕ ਤਾਂ ਇਸ ਤਰ੍ਹਾਂ ਟਾਲ ਮਟੋਲੇ ਕਰਦੇ। ਮੈਂ ਕਿਹਾ ਮੈਨੂੰ ਨਜ਼ਰ ਨਹੀਂ ਆਉਂਦਾ, ਮੇਰੇ ਕੋਲ ਰੋਜ਼ ਨਹੀਂ ਚੱਕਰ ਲੱਗਦੇ, ਸਾਨੂੰ ਟਾਲ ਮਟੋਲੇ ਕਰਦੇ ਰਹੇ ਨੇ। ਇਹਦਾ ਨਵਾਜ਼ ਦਾ ਨਹੀਂ ਸੀ ਹੈਗਾ ਸ਼ਨਾਖਤੀ ਕਾਰਡ, ਉਹਨੂੰ ਇੰਨਾ ਮੌਕਾ ਦਿੱਤਾ ਗਿਆ ਕਿ ਸ਼ਨਾਖਤੀ ਕਾਰਡ ਬਣਵਾ ਕੇ ਉਹਨੇ ਨਾ ਕਰਵਾਈ ਏ ਬੂਰੀ ਜ਼ਮਾਨਤ। ਆਹਦ ਨੇ, ਸ਼ਵਾਲ ਨੇ ਤੇ ਹਮਜ਼ਾ ਨੇ, ਇਹਨਾਂ ਨੇ ਪਹਿਲਾਂ ਕਰਾ ਲਈਆਂ, ਸਾਨੂੰ ਨਹੀਂ ਦੱਸਿਆ ਬਲਾਲ ਸਾਹਿਬ ਨੇ। ਜਿੱਦਣ ਉਹਨਾਂ ਦੀ ਹੋ ਗਈ ਹੈ ਫਿਰ ਬਲਾਲ ਸਾਹਿਬ ਨੇ ਸਾਰੀ ਰਿਕਾर्डिंग भी सुनी, सारा कुछ किया, फिर उन्हें कोई ਇਹਦੇ ਤੇ ਨਹੀਂ ਲਿਆ ਐਕਸ਼ਨ। ਕਿ धमकियां क्या देता है आपको? किसकी? मरियम नवाज साहिबा की धमकियां देता है? किसकी धमकियां? ਕਹਿੰਦਾ ਮੇਰੇ ਨਾਲ ਮੈਡਮ ਵੀ ਹੈ। ਮੈਡਮ ਕਹਿੰਦਾ ਹੁਣ ਨਾਂ ਤੇ ਉਜ਼ਮਾ ਬੁਖਾਰੀ ਦਾ ਜ਼ਿਆਦਾ ਲੈਂਦਾ ਤੇ ਜਿਹੜੀ ਔਰੰਗਜ਼ੇਬ ਮਰੀਮ ਔਰੰਗਜ਼ੇਬ, ਹਾਂਜੀ ਹਾਂਜੀ, ਇਹਨਾਂ ਦਾ ਦੋਵਾਂ ਦਾ ਜ਼ਿਆਦਾ ਨਾਂ ਲੈਂਦਾ। ਇਹਨਾਂ ਦਾ ਨਾਂ ਲੈ ਕੇ ਕੀ ਕਹਿੰਦਾ ਤੁਹਾਨੂੰ? ਕਹਿੰਦਾ ਕਿ ਮੇਰੇ ਨਾਲ ਸਾਰੇ ਮੈਡਮ ਲਿਆਵਾਂਗਾ, ਡਾਇਰੈਕਟਰ ਲਿਆਵਾਂਗਾ, ਇੰਜ ਕਰਾਂਗਾ। ਮਾਂ ਦੀ ਭਾਈ ਮੇਰਾ ਕੁਝ ਨਹੀਂ ਕਰ ਸਕਦਾ। ਮੈਂ ਫਿਰ ਬਲਾਲ ਸਾਹਿਬ ਨੂੰ ਕਿਹਾ, ਮੈਂ ਕਿਹਾ ਮੇਰਾ ਪੁੱਤਰ ਥੋੜਾ ਕੋਰੀ ਆਦਤ ਦਾ, ਤੇ ਜੇ ਵਾਧਾ ਘਾਟਾ ਹੋ ਜਾਏ, ਮੇਰੇ 2 ਬੱਚੇ ਨੇ, ਮੈਂ ਕੀ ਕਰਾਂਗੀ? ਇਹਦੇ ਛੋਟੇ ਛੋਟੇ ਬੱਚੇ ਨੇ। ਮੈਂ ਕਿਹਾ ਮੈਂ ਤੇ ਉਹਨਾਂ ਦੀ ਇੱਕ ਛੋਟੀ ਜਿਹੀ ਮੇਰੀ ਪੋਤਰੀ ਦੀ ਨਾ ਹੇਅਰ ਡਰਾਈ ਮਸ਼ੀਨ ਗਿਫਟ ਮਿਲੀ, ਵੇਖ ਲਈ ਸਾਡੇ ਘਰ, ਉਹ ਵੀ ਨਹੀਂ ਇਸ ਮੁੰਡੇ ਨੇ ਛੱਡੀ। ਤੇ ਇਹਨਾਂ ਨੇ ਕੋਈ ਸਾਡੇ ਤੇ ਨਹੀਂ ਕਰਦੇ ਪਏ ਕਿ ਰਹਿਮ। ਤੇ ਅਸੀਂ ਤੇ ਬੜੇ ਧੱਕੇ ਖਾ ਕੇ ਫਿਰ ਅਸੀਂ ਇੱਥੇ ਕਿਤੇ ਗਏ ਆ। ਉਹ ਵੀ ਅੱਲਾ ਨੇ ਇੱਕ ਕੱਲ ਸਾਨੂੰ ਨਾ ਗੱਡੀ ਅਸੀਂ ਵੇਖੀ ਪਰਸੋਂ ਚੌਥ ਜੇ, ਤੇ ਉੱਥੇ ਫਿਰ ਸਾਨੂੰ ਬੁਲਾਇਆ ਤੇ ਉੱਥੇ ਇੰਟਰव्यू दे के आए। शायद किसी इससे वजह तो 30 लाख जो आपने दिया है, ये किस सूरत में दिया है? 30 लाख आपने ऐसे ही इतवार करके किसी पे दे दिया? किसी को ਕਹਿੰਦਾ ਕਿ ਤੁਹਾਨੂੰ ਨਾ ਪਲਾਟ ਲੈ ਕੇ ਦਾਂਗਾ। ਸਾਨੂੰ ਪਲਾਟ ਵੀ ਇੱਧਰ ਕਿਤੇ ਵਿਖਾਇਆ ਸੀ, ਕੈਰੀ ਡੱਬਾ ਲੈ ਕੇ ਦੇਵਾਂਗਾ ਜਿਹੜੇ ਅੱਜ ਕੱਲ ਨਵੇਂ ਚੱਲੇ ਆ। ਕਹਿੰਦਾ ਮਰੀਮ ਨਵਾਜ਼ ਘਰ ਦਿੰਦੀ ਪਈ ਹੈ, ਤੁਹਾਡਾ ਮਾਂ ਜੀ ਘਰ ਨਹੀਂ ਹੈਗਾ, ਅਸੀਂ ਕਿਸੇ ਦੀ ਜਗ੍ਹਾ 'ਚ ਰਹਿੰਦੇ, ਜਿੱਥੇ ਕੰਮ ਕਰਨੇ ਉਹਨਾਂ ਸਾਨੂੰ ਜਗ੍ਹਾ ਦਿੱਤੀ ਦੀ, ਸਾਡੀ ਆਪਣੀ ਨਹੀਂ ਹੈਗੀ। ਆਂਦਾ ਉਹ ਲੈ ਕੇ ਦਾਂਗਾ। ਫਿਰ ਪਹਿਲਾਂ ਕਹਿੰਦਾ ਸੀ ਕਿਸ਼ਤਾਂ ਦੇ ਪੈਸੇ, ਫਿਰ ਕਹਿੰਦਾ ਨਹੀਂ ਇਹ ਗਿਫਟ ਤਾਂ ਦਿੱਤੇ ਨੇ, ਇਹ ਸਪੋਰਟੀਆਂ ਤਾਂ ਦਿੱਤੀਆਂ ਨੇ, ਅਸੀਂ ਇਹ ਕਿਸ਼ਤਾਂ ਮਾਫ करवाइयां, ਇਹ ਚੱਕਰ ਸਾਨੂੰ ਦਿੱਤੇ ਨੇ। अच्छा माँ जी, आपको किसी से इसने मिलवाया भी है? उज़मा बुखारी साहिबा हैं, मरियम औरंगजेब साहिबा, अता तारड़ साहब से किसी मिलवाया भी है? ਮੇਰੇ ਬੇਟੇ ਨੂੰ ਖੜਦਾ ਰਿਹਾ ਆ CM ਹਾਊਸ। ਇਹਨਾਂ ਨੂੰ ਜਿਵੇਂ ਉੱਥੇ ਬਾਹਰ ਖਿਲਾੜ ਕੇ ਆਪ ਅੰਦਰ ਫੇਰ ਫੁਰ ਕੇ ਆ ਜਾਂਦਾ, ਗਾਰਡਾਂ ਨੂੰ ਮਿਲ ਕੇ। ਹਾਂਜੀ, ਗਾਰਡਾਂ ਨੂੰ ਮਿਲ ਕੇ ਅੰਦਰ ਚਲ ਜਾਂਦਾ, ਚੱਕਰ ਲਾ ਕੇ ਆਂਦਾ ਚਲੋ ਚਲੋ ਕੰਮ ਪੱਕਾ, ਇੰਨੇ ਪੈਸੇ ਹੋਰ ਚਾਹੀਦੇ। ਕੰਮ ਪੱਕਾ मतलब होर पैसे मांगता है फिर CM हाउस ले जाके? ਹਾਂਜੀ, ਵਾਪਸ ਆਣ ਕੇ ਕਹਿੰਦਾ ਇੰਨੀ ਇਹ ਚੀਜ਼ ਦੇਣੀ ਆ, ਇਹ ਉੱਥੇ ਇਸ ਤਰ੍ਹਾਂ ਕਰਨਾ, ਇੰਜ ਕਰਨਾ, ਫਿਰ ਪੈਸੇ ਮੰਗ ਲੈਂਦਾ। ਹੁਣ ਤੇ ਸਾਡੇ ਕੋਲ ਨਾ ਖਾਣ ਨੂੰ ਵੀ ਕੁਛ ਨਹੀਂ ਰਿਹਾ। ਈਦ ਵੀ ਅਸੀਂ ਕਿਸੇ ਘਰ ਜਾ ਕੇ ਕੀਤੀ, ਇਹਦੀ ਸਾਲੀ ਉਹਨੇ ਬੁਲਾ ਲਿਆ। ਭੈਣ ਨੂੰ ਤੇ ਭੈਣ ਦਾ ਦੁੱਖ ਹੁੰਦਾ ਕਿ ਮੇਰੀ ਭੈਣ ਦੇ ਛੋਟੇ ਛੋਟੇ ਬੱਚੇ ਭੁੱਖੇ ਰਹਿਣਗੇ। ਈਦ ਵੀ ਅਸੀਂ ਕਿਸੇ ਘਰ ਕੀਤੀ, ਸਾਡੇ ਕੋਲ ਕੁਛ ਵੀ ਨਹੀਂ ਸੀ ਹੈਗਾ। ਮੈਂ ਵੀ ਨਹੀਂ ਸੀ ਕੰਮ ਕਰ ਸਕਦੀ। ਜਿਹੜੇ ਇਹਨਾਂ ਨੂੰ ਪੈਸੇ ਮਿਲੇ ਅਸੀਂ ਸਾਰੀਆਂ ਕਿਸ਼ਤਾਂ ਦੇਣੀਆਂ। ਮੈਂ ਤੇ ਹੁਣ ਵੀ ਮਰੀਮ ਨਵਾਜ਼ ਅੱਗੇ ਹੱਥ ਜੋੜਨੀ ਆ, ਤੂੰ ਤੇ ਸਭ ਦੀ ਮਾਂ ਬਣਨੀ ਆ, ਤੇ ਮੈਂ ਤੇ ਤੇਰੀ ਮਾਂ ਨਾਲ ਵੀ 60-70 ਸਾਲ ਦੀ ਮਾਂ ਆ, ਤੇ ਮੇਰੇ ਤੇ ਖੁਦਾ ਦਾ ਰਹਿਮ ਕਰ ਦੇ। ਇਸ ਅੰਤਰੇ ਨੂੰ ਫੜ ਕੇ ਸਖਤ ਸਜ਼ਾ ਦਿੱਤੀ ਜੇ ਮੇਰਾ ਪੈਸਾ ਲਈ। ਜੇ ਇਹਨਾਂ ਦਾ ਇੰਨਾ ਡੂੰਘਾ ਘਰ ਹੁੰਦਾ ਸੀ, ਹੁਣ ਇਹਨਾਂ ਦੇ ਪਾਕ ਅਰਬ ਘਰ ਏ, ਨਸ਼ਤਰ ਘਰ ਏ, ਇੱਥੇ ਕੀ ਨਾ ਸ਼ਦਾਬ ਕਲੋਨੀ 'ਚ ਐਡਾ ਸਹੀ ਘਰ ਏ। ਇਸ ਤਰ੍ਹਾਂ ਲੁੱਟ ਕੇ ਇਹਨੇ ਬਣਾਏ ਆ। ਇਹਨਾਂ ਦੇ ਨਾਂ ਤੇ ਲੁੱਟਦਾ, ਸਾਡੀ ਤਾਂ ਕੋਈ ਸੁਣਦਾ ਵੀ ਨਹੀਂ ਪਿਆ। ਇਹ ਸਾਰੇ ਰਿਕਾਰਡ ਮੌਜੂਦ ਨੇ, ਬੇਸ਼ੱਕ ਤੁਸੀਂ ਵੇਖ ਸਕਦੇ ਹੋ ਮੁੰਡੇ ਕੋਲ। ਤੁਸੀਂ ਤੁਹਾਨੂੰ ਮਾਰ ਦਿਆਂਗਾ, ਇਹ ਕਰਾਂਗਾ ਉਹ ਕਰਾਂਗਾ, ਬੜਾ ਕੁਝ ਸਾਨੂੰ ਸੁਣਾਉਂਦਾ। ਅਸੀਂ ਡਰਦੇ। ਮੈਂ ਤੇ ਜਿਹੜੇ ਮੁੰਡੇ ਨੂੰ ਨੌਕਰ ਕਰਾਉਣਾ ਸੀ ਨਾ, ਤੇ ਮੈਂ ਇਹਦੇ ਅੱਬੂ ਨੂੰ ਵੀ ਦੂਰ ਕੰਮ ਤੇ ਕਰਦੇ। ਮੈਂ ਤੁਸੀਂ ਪੈਸੇ ਸਾਨੂੰ ਭੇਜ ਦਿਆ ਕਰੋ, ਅਸੀਂ ਲੋਕਾਂ ਦੇ ਲਾ ਲਾਂਗੇ। ਘਰ ਨਹੀਂ ਮੈਂ ਉਹਨਾਂ ਨੂੰ ਆਉਣ ਦਿੰਦੀ। ਇਹੀ ਬਸ ਸਾਡੇ ਕੋਲ ਰਹਿੰਦਾ ਹੈ। ਉਹ ਪਿਓ ਪੁੱਤਰ ਨਹੀਂ ਘਰ ਆਉਂਦੇ, ਤਰੀਕ ਵਾਲੇ ਦਿਨ ਆਉਂਦੇ ਨੇ। उसके घर वालों के पास अब गए हैं कि आपके बेटे ने हमसे फ्रॉड किया है, हमसे पैसे लुटे हैं? कुछ उनके घर वालों के पास गए? ਉਹ ਕੁਛ ਨਹੀਂ ਸੁਣਦੇ। ਉਹ ਤੇ ਕਿੰਨੇ ਜੀ ਇਕੱਠੇ ਹੋ ਕੇ ਉਹਦਾ ਮਾਮਾ ਆਂਦਾ ਹੈ ਜਾਂ ਇੰਜ ਕਰਦੇ ਨੇ, ਝੂਠ ਮਾਰਦੇ ਨੇ। ਅਸੀਂ ਝੂਠ ਨਹੀਂ ਮਾਰਦੇ, ਸਾਡੇ ਕੋਲ ਸਾਰੇ ਸਬੂਤ ਮੌਜੂਦ ਨੇ। ਪੁਲਿਸ ਵਾਲਿਆਂ ਕੇ ਮੰਨ ਵੀ ਗਿਆ, ਪੁਲਿਸ ਫੇਰ ਵੀ ਉਹਦਾ ਕੁਛ ਨਹੀਂ ਕਰਦੀ। ਪੁਲਿਸ ਅੱਗੇ ਮੰਨਿਆ, ਜਦੋਂ ਰਿਕਾਰਡਿੰਗ ਸੁਣੀ ਹੈ ਨਾ, ਸਾਰੀ ਰਿਕਾਰਡਿੰਗ ਤੁਸੀਂ ਵੀ ਸੁਣ ਸਕਦੇ ਆ ਚਲਾ ਕੇ, ਫਿਰ ਮੰਨਿਆ ਵੀ ਹੈ, ਤੇ ਫਿਰ ਵੀ ਪੁਲਿਸ ਨੇ ਕੁਛ ਨਹੀਂ ਕੀਤਾ। ਉਹਨੇ ਪੈਸਾ ਦੇ ਦਿੱਤਾ ਪੁਲਿਸ ਨੂੰ। पुलिस को पैसा देती है? हाँ जी। पुलिस वहां पे ना एक SP बैठती हैं शहर बानो नकवी मॉडल टाउन में, उनके पास अब गए हैं? नहीं, उनके पास नहीं गए? नहीं, ਲਾਹੌਰ CPO ਦੇ ਪਾਸ ਗਏ ਸੀ। ਉਹਨਾਂ ਨੇ ਸਾਨੂੰ ਗੱਲ ਮਾਰਕੀਟ ਘੱਲਿਆ ਸੀ। ਉਹਨੇ ਕਿਹਾ ਸੀ ਸਿੰਧੂ ਸਾਹਿਬ ਕੋਲ ਜਾਵੋ, ਜੇ ਤੁਹਾਡੀ ਨਹੀਂ ਸੁਣੇਗਾ ਤਾਂ ਫਿਰ ਮੇਰੇ ਕੋਲ ਆਣਾ। ਤੇ ਜਦੋਂ ਉਹਨਾਂ ਨੇ ਇਹਨੂੰ ਫੋਨ ਕੀਤਾ, ਥੋੜੀ ਜਿਹੀ ਸਾਨੂੰ ਬੜੇ ਪਿਆਰ ਨਾਲ ਬੋਲ ਕੇ ਟਾਲ ਮਟੋਲਾ ਕਰ ਦਿੰਦਾ, ਨਹੀਂ ਤੁਸੀਂ ਉੱਥੇ ਨਹੀਂ ਜਾਣਾ, ਤੁਸੀਂ ਉੱਥੇ ਨਹੀਂ ਜਾਣਾ, ਮੈਂ ਤੁਹਾਡੀ ਸੁਣਾਂਗਾ, ਪਰ ਸੁਣਦਾ ਕੋਈ ਨਹੀਂ ਆ।
कहता है एसपी उसके सीसीपीओ के साथ पास नहीं जाना। ਨਹੀਂ ਨਹੀਂ ਮਾਡਲ ਟਾਊਨ ਜਿਹੜਾ ਗੱਲ ਮਾਰਕੀਟ ਨਹੀਂ ਹਾਂ। ਥਾਣਾ ਉੱਥੇ ਡੀਐਸਪੀ ਬਹਿੰਦਾ ਹੈ ਨਾ ਹਾਂ। ਉੱਥੇ ਸਾਨੂੰ ਸੀਸੀਪੀਓ ਨੇ ਭੇਜਿਆ ਹੈ ਹਾਂ। ਤੇ ਆਂਦਾ ਉੱਥੇ ਨਹੀਂ ਜਾਣਾ ਮੈਂ ਤੁਹਾਡੀ ਸੁਣਾਂਗਾ ਪਰ ਸੁਣਦਾ ਕੋਈ ਨਹੀਂ ਆ ਤੁਸੀਂ ਗਏ ਨਹੀਂ ਫਿਰ ਤੁਹਾਨੂੰ ਸੀਸੀਪੀਓ ਸਾਹਿਬ ਨੇ ਭੇਜਿਆ। ਨਹੀਂ ਮੈਂ ਪਰਸੋਂ ਚੌਥ ਵੀ ਥਾਣੇ 'ਚ ਗਈ ਹਾਂ ਤੇ ਕਹਿੰਦਾ ਮਾਂ ਜੀ ਇਹ ਮੈਚ ਲੱਗੇ ਨੇ ਇਹ ਟਾਈਮ ਕੱਢ ਲਓ ਮੈਂ ਤੁਹਾਡੀ ਸੁਣਾਂਗਾ ਪਤਾ ਨਹੀਂ ਉਦੋਂ ਨੂੰ 7 ਤਰੀਕ ਹੈ ਫਿਰ ਇਹ ਕੀ ਕਰੇਗਾ ਕੀ नहीं करेगा। हाँ जी, जो सीसीपीओ साहब ने आपको कहा है कि उसके पास जाना है, उसके पास जाएं तो सही आप। फिर चल जाएंगे। हाँ, उसके पास जाएं तो सही। अगर एक सीनियर के पास भेजा था ना, हाँ, गाला मार्केट एसपी इन्वेस्टिगेशन के पास भेजा है बिलाल सईद कुमैना साहब ने। ठीक है। तो वो कहता है आप एसपी साहब के पास भी नहीं जाना, तो ना आपने बिलाल सईद कुमैना साहब के पास जाना, सीसीपी साहब के पास है। ये तफ्तीशी कहता है। ये इन्वेस्टिगेशन इंचार्ज है हाँ, बिलाल सिंधु, बिलाल सिंधु नहीं रिजवान सिंधु है, रिजवान सिंधु इंचार्ज इन्वेस्टिगेशन जी। कहता है। किस थाने का? कोट लखपत थाने का है। आपको ये कहता है कि आपने सीसीपीओ के पास नहीं जाना। ना सीसीपी के साहब के पास जाना ना बिलाल उधर जाना है, एसपी साहब के पास है। आपने जो भी करना इधर आए, वो आप लोगों की बात नहीं सुनते। सीसीपीओ साहब बात नहीं सुनते आप लोग। जी, ये इनका कहना है रिजवान सिंधु साहब का। हाँ, ठीक है। तो ਸਾਡੀ इन्होंने ਲੋਰਡ ਸੀਪੀਓ ਸਾਹਿਬ ਜਿਹੜੇ ਉਹਨਾਂ ਸਾਡੀ ਸੁਣੀ ਸੀ ਉਹਨਾਂ ਇੱਥੇ ਭੇਜਿਆ ਸੀ हाँ, ਗੱਲ उनके पास जाने के बाद ही ये कह रहा ना, तो वो बात नहीं सुनते, आप इधर आए। हाँ। ठीक है। ये तो 100 रुपया भी आप लोग उनको भेजते रहे हैं, जी, तो आप ये लोगों को नहीं उसमें लगता था कि जो बंदा कई नौकरी ये देता है लेटर वो तैयार 100 है। रुपया क्या करना है। हाँ, ये लेटर तैयार है, ठीक है, सिर्फ डायरेक्टर को मिठाई देनी है, तो फिर उन्होंने लेटर पकड़ाना। क्या कहते हैं, क्या कहते हैं। ਆਪਸੇ 100 ਰੁਪਇਆ ਮੈਂ ਕਿਹਾ ਤੂੰ ਤੇ ਹਾਫਿਜ਼ ਮੇਰੇ ਕੋਲ 100 ਵੀ ਨਹੀਂ ਛੱਡਦਾ ਆਂਦਾ ਮਾਵਾਂ ਕੋਲੋਂ ਮੰਗਦਿਆਂ ਲੈ ਕੇ ਚੀਜ਼ ਖਾਣ ਦਾ ਮਜ਼ਾ ਆਂਦਾ। हाँ, पान खान का मजा आना कि नहीं। ਹਾਂ शक्लो फ्रॉडी है वो, तो फिर देखें आप लोगों को पता लग जाना चाहिए था। इतने पैसे आप लोगों ने यार दे दिए हैं, तो आप लोगों को कम से कम इतना अंदाजा तो हो जाना चाहिए कि फ्रॉडी ये है। मुझे पहले इलम भी नहीं था, जब इंस्टॉलमेंट वाले आए हैं घर मुझे फिर पता चला है। ठीक है। बाद में मैंने इसे कॉल की है, इसने मुझे फिर धमकी दी है। इसने कहा जो होता आपसे कर लें, ठीक है, मेरे पीछे सपोर्ट है जो सियासी पार्टी हैं, ठीक है। कौन सी सियासी पार्टी की support है? ये एमपीए साहब जो अपने असद खोखर साहब हैं, हाँ, असद खोखर। ठीक, तो ये मेरे साथ और तारड़ साहब की भी सपोर्ट है। ठीक है। हाँ, मतलब अतातारड़ फ्रॉडियों को सपोर्ट करते हैं। तो ये इनका कहना है। हाँ। ठीक है, मैं आपको उठवा भी दूंगा, आपको पता भी नहीं चलेगा। अच्छा, आपके घर वाले फिर मेरे ही तरले करने आएंगे, मेरे घर वालों के तरले करेंगे, उनके पैर ही गिरेंगे। ठीक है। तो मैं फिर बात नहीं सुनूंगा आप लोगों की, किसी किस्म की बात नहीं आपको सुनूंगा। खामोश करवाना। जी, खामोश करा रहा है वो। खामोश करवा रहे हैं। जी। माँ जी, अब क्या कहना चाहेंगी, क्या बनेगा। आपने लोगों से उधार भी मांगे हुए हैं, कैसे देंगी, क्या आपका वो है। ਅਸਲੀ ਤੇ ਇਸ ਲਈ ਅਸੀਂ ਕਹਿੰਦੇ ਕਿ ਮਰੀਮ ਨਵਾਜ਼ ਤੱਕ ਕਿਸੇ ਤਰ੍ਹਾਂ ਸਾਡੀ ਆਵਾਜ਼ ਪਹੁੰਚੇਗੀ ਇਨਸ਼ਾਅੱਲਾ ਜ਼ਰੂਰ ਪਹੁੰਚੇਗੀ ਸਾਡੀ ਜ਼ਰੂਰ ਸੁਣੇਗੀ ਤੇ ਇਹੋ ਜਿਹੇ ਬੰਦਿਆਂ ਨੂੰ ਖਤਮ ਕਰੇ। ਮੈਂ ਲੁੱਟੀ ਗਈ ਕੋਈ ਗਰੀਬ ਹੋਰ ਵੀ ਲੁੱਟਦਾ ਹੈ ਤੇ ਸਾਨੂੰ ਇਨਸਾਫ ਮਿਲ ਜੇ ਸਾਡਾ ਪੈਸਾ ਮਿਲ ਜੇ ਅਸੀਂ ਕਰਜ਼ਾ ਤੇ ਲਾ ਸਕੀਏ। ਬਾਕੀ ਪਤਾ ਨਹੀਂ ਕੀ ਕਰੇਗਾ ਸਾਡੇ ਨਾਲ ਇਹ ਨਾ ਕਰਦੇ ਕਿ ਸਾਨੂੰ ਕੋਈ ਜਾਨੀ ਨੁਕਸਾਨ ਪਹੁੰਚਾ ਦੇ ਜਿਸ ਤਰ੍ਹਾਂ ਉਹਦੇ ਮਗਰ ਤਾਰ ਦੇ ਬੰਦੇ ਨੇ ਉਜ਼ਮਾ ਬੁਖਾਰੀ ਦੇ ਨੇ ਇੱਕ ਸ਼ਫੀ ਖੋਖਰ ਪਤਾ ਨਹੀਂ ਕੀ ਉਹਦੇ ਨਾਲ ਵੀ ਤਸਵੀਰਾਂ ਤੋਂ ਤਸਵੀਰਾਂ ਬਣੀਆਂ ਪਈਆਂ ਨੇ ਇਹਦੇ ਕੋਲ ਉਹ ਵੀ ਅਸੀਂ ਉਹਨਾਂ ਨੂੰ ਦਿੱਤੀਆਂ ਸੀ ਚੈਨਲ ਵਾਲਿਆਂ ਨੂੰ। ये सारे सपोर्ट करते हैं इसको। ਹੋ ਸਕਦਾ ਕਰਦੇ ਹੀ ਹੋਣਗੇ ਤਾਂ ਉਹਨਾਂ ਕੋਲ ਖਲੋ ਤਸਵੀਰਾਂ ਬਣਾਈ ਦੀਆਂ ਬਾਕੀਆਂ ਨਾਲ ਨਹੀਂ ਸ਼ਫੀ ਖੋਖਰ ਨਾਲ ਹੈਗੀ ਹੈ। नहीं माँ जी, नजर ये आपकी आंखें कब खराब हुई, कैसे हुआ, इसका क्या। ਜਦੋਂ ਸਾਡੇ ਕੋਲ ਪੈਸੇ ਲੈਣ ਵਾਲੇ ਆਂਦੇ ਸੀ ਇੰਨੇ ਤੰਗ ਸੀ ਮੇਰਾ ਬਲੱਡ ਬਹੁਤ ਜ਼ਿਆਦਾ ਹੋ ਗਿਆ ਸੀ ਹੁਣ ਵੀ ਹੱਥ ਜਾ ਗੋਲੀਆਂ ਫਾੜ ਕੇ ਨਾ ਮੇਰੇ ਕੋਲ ਪੂਰੀਆਂ ਨਹੀਂ ਲੈਣ ਜੋਗੀਆਂ ਮੈਂ 100 ਦੀਆਂ ਲਿਆ ਕੇ ਨਾ ਤੇ ਇਹ ਖਾਂਦੀ ਰਹਿੰਦੀ ਆ। ਇਹ ਵੇਖਣਾ ਹੁਣ ਵੀ ਮੈਂ 100 ਦੀਆਂ ਲੈ ਕੇ ਆਈ ਆ ਇਹ ਗੋਲੀਆਂ ਇਹ ਖਾਂਦੀ ਰਹਿੰਦੀ ਆ ਭਾਵੇਂ ਮੈਂ 2 ਖਾ ਲਾਂ ਭਾਵੇਂ 1 ਖਾ ਲਾਂ ਨਹੀਂ ਤਾਂ ਇੰਨੀ ਹੈਵੀ ਗੋਲੀ ਇੱਕ ਖਾਂਦੇ 24 ਘੰਟਿਆਂ ਬਾਅਦ ਮੈਂ 2 ਵੀ ਮੈਨੂੰ ਖਾਣੀਆਂ ਪੈ ਜਾਂਦੀਆਂ। ਇੰਨਾ ਕੁ ਬਲੱਡ ਹਾਈ ਹੋਇਆ ਮੇਰੀਆਂ ਦੋਵੇਂ ਅੱਖਾਂ ਬੰਦ ਹੋ ਗਈਆਂ। ਇਹਦਾ ਆਪਰੇਸ਼ਨ ਕਰਵਾਇਆ ਇਹਦਾ ਨਹੀਂ ਅਜੇ ਹੁੰਦਾ ਪਿਆ। ਇਹਨੂੰ ਇਹ ਵੀ ਦੱਸਿਆ ਮੈਂ ਕਿਹਾ ਹਾਫਿਜ਼ ਮੇਰੀ ਨਜ਼ਰ ਚਲੀ ਗਈ ਹੈ ਤੇ ਇਹ ਗੱਲ ਵੇਖ ਲਾ। ਕਹਿੰਦਾ ਨਹੀਂ ਮਾਂ ਜੀ ਕੁਛ ਨਹੀਂ ਹੁੰਦਾ ਮੈਂ ਸਾਰੇ ਕੰਮ ਇਹਦੇ ਚਾਹੁੰਦਾ ਮੈਂ 3.25 ਕਰੋੜ ਤੁਹਾਡਾ ਮਨਜ਼ੂਰ ਕਰਾਤਾ ਤੁਸੀਂ ਰਿਕਾਰਡਿੰਗ ਸੁਣ ਸਕਦੇ ਜੇ। नहीं, 3.25 करोड़ कितों मंजूर कराया उन्हें। ਮਰੀਮ ਨਵਾਜ਼ को मरियम नवाज साहब को 3.25 करोड़ मंजूर करवा लिया उसने हाँ जी आपका, ये कहता है वो। हाँ जी। तो कैसे मिलेगा ये नहीं बताया उसने। ਆਂਦਾ ਸੀ ਅੱਜ ਮਿਲ ਜਾਣਾ ਮੁੜ ਕੇ ਸਾਨੂੰ ਕਿਸ਼ਤਾਂ ਵਾਲੇ ਤੰਗ ਕਰਦੇ ਸੀ ਤੇ ਉਹਨੇ ਸਾਨੂੰ ਧਮਕੀਆਂ ਲਾਣੀਆਂ ਮਾਰਨਾ ਸ਼ੁਰੂ ਕਰਤਾ ਕਿ ਤੁਹਾਨੂੰ ਮਾਰ ਦਾਂਗਾ ਇਸ ਤਰ੍ਹਾਂ ਕਰ ਦਾਂਗਾ। पैसे मंगे तो मार दूंगा। ਹਾਂ ਫਿਰ ਅਸੀਂ ਡਰ ਗਏ
ਅਸੀਂ ਮੁੜ ਕੇ ਉਹਨੂੰ ਇਹ ਨਹੀਂ ਕਿਹਾ ਕਿ ਸਾਨੂੰ ਪੈਸੇ ਦੇ, ਅਸੀਂ ਪਰਚਾ ਕਰਵਾਤਾ ਤੇ ਇੱਧਰ ਉੱਧਰ ਤਰਲੇ ਲੈਣ ਡਿਆ ਪਿਆ ਵੀ ਕੋਈ ਸਾਡੀ ਸੁਣ ਲਵੇ, ਕੋਈ ਸਾਨੂੰ ਕਿਤੇ ਪਹੁੰਚਾ ਦੇਵੇ ਸਾਡੀ ਮਰੀਅਮ ਨਵਾਜ਼ ਤੇ। ਮੈਂ ਤੇ ਕਿਸੇ ਨੇ ਵੀ ਕਿਹਾ ਸੀ, ਆਂਦਾ ਸੀ ਮੈਨੂੰ ਮਿਲਦੀ ਆ ਮਰੀਅਮ ਨਵਾਜ਼। ਮੈਂ ਕਿਹਾ ਤੂੰ ਮੈਨੂੰ ਮਿਲਾ ਤੇ ਸਹੀ। ਮਾਂ ਜੀ ਜ਼ਰੂਰ ਮਿਲਾਵਾਂਗਾ, ਜਦੋਂ ਪੈਸੇ ਮਿਲ ਜਾਣਗੇ ਮਿਲਾਵਾਂਗਾ। ਤੇ ਮੈਂ ਨਹੀਂ, ਹੁਣ ਮੈਨੂੰ ਕਿਤੇ ਵੀ ਲੈ ਜਾਣ। ਮੈਂ ਲਾਹੌਰ CPO ਦੇ ਵੀ ਦਫ਼ਤਰ ਗਈ ਸੀ, ਮੈਂ ਕਿਹਾ ਮੈਨੂੰ ਮਰੀਅਮ ਨਵਾਜ਼ ਤੀਕਰ ਕੋਈ ਜੀ ਪਹੁੰਚਾ ਦੇ। ਮੈਂ ਉਹਨੂੰ ਰੋ ਕੇ ਕਹਾਂ ਕਿ ਅਸੀਂ ਤਾਂ ਪੂਰੇ ਲੁੱਟੇ ਗਏ, ਸਾਡੇ ਕੋਲ ਕੱਖ ਪੱਤ ਨਹੀਂ ਰਹਿ ਗਿਆ, ਅਸੀਂ ਬਿਲकुल सड़क पे बह गए। माँ जी ये गुजारा कैसे करें, आप खाना पीना कैसे कर रहे हैं, क्या चलता है, कैसे करते हैं? पैसे तो ये फ्रॉडिया ले गया आप लोग। बेटा मैं हुण भी काम करके आई हाँ ना, तो मैं सीधी इत्थे बालन लवाया, मुंडा रक्शे ते लाण डया सी ते मैं रोटी उत्ते भेजती है बच्चियां नूं। ते मैनूं पता सी दुकान ते तुसीं बैठे आ, ते मैं उधर नूं गई हाँ ते इन्हें कहा नहीं पिछे कमरे ते बैठे ने। ਉਹ ਜਿੱਦਣ ਮੈਂ ਕੰਮ ਖਾਣੀ, ਉਹ ਬੜੇ ਚੰਗੇ ਨੇ, ਦੁੱਧ ਦੀ ਬੋਤਲ ਦੇ ਦਿੰਦੇ ਨੇ, ਖਾਣ ਨੂੰ ਵੀ, ਮੈਨੂੰ ਦਵਾਈ ਦੂਈ ਵੀ ਲੈ ਦਿੰਦੇ ਨੇ, ਇਹਨੂੰ ਵੀ ਲੈ ਦਿੰਦੇ ਨੇ, ਇਹ ਜਿੱਥੇ ਕੰਮ ਕਰਨ ਡਿਆ। नाज़रीन कराम, ये माँ जी की आपने दास्तान सुनी। फ्राडिया 30 लाख कुल मिला के अता तारड़ साहब आपके नाम पर, उज़मा बुखारी साहब आपके नाम पर, मरियम नवाज साहबा आपके नाम पर लूट कर खा गया है इन बेचारों के। और ये माँ जी इस वक्त, इनकी आंखों में आंसू हैं और ये माँ जी इस वक्त खाने पे तंग है। इस 70 साल की उम्र में किसी के घर में काम कर रही है। अगर इस फ्राडिये ने इतनी बड़ी ये नौसरबाजी की है एक फैमिली के साथ, तो वो और के साथ भी करता होगा। तो इसको सख्त से सख्त कार्रवाई होनी चाहिए। और जो रिजवान सिंधु साहब की बात करें, जो इन्वेस्टिगेशन इंचार्ज हैं, वो क्यों नहीं इस फैमिली को CCPO के पास जाने देते, DSP साहब के पास जाने देते, SP साहब के पास जाने देते। उस सिंधु साहब से भी पूछा जाना चाहिए कि क्यों नहीं, वो जो कहते हैं कि कुमियाना साहब आपकी बात नहीं सुनेंगे, तो वो किस बेस पे कहते हैं? कुमियाना साहब फिर अगर नहीं सुनेंगे तो वो क्यों नहीं सुनेंगे, किस बेस पे सुनेंगे, वो किस लिए इस कुर्सी पर मौजूद हैं, किस लिए इधर मौजूद हैं? बहरहाल नाज़रीन कराम, इस तरह का दुख किसी के साथ भी नहीं होना चाहिए।